ਸਤਿ ਸ਼੍ਰੀ ਅਕਾਲ। दैनिक सवेरा न्यूज़ रूम तो मैं रचना ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਆਪਣੇ ਕੇਸ ਦੀ ਜਾਂਚ ਕਿਸੇ ਬਾਹਰੀ ਸੂਬੇ ਤੋਂ ਕਰਵਾਏ ਜਾਣ ਦੇ ਮੁੱਦੇ ਤੇ ਅੱਜ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਅਕਾਲੀ ਸਰਕਾਰ ਵੇਲੇ ਸਭ ਤੋਂ ਜ਼ਿਆਦਾ ਜ਼ਿਆਦਤੀਆਂ ਸੁਮੇਧ ਸੈਣੀ ਵੱਲੋਂ ਕੀਤੀਆਂ ਗਈਆਂ, ਪਰ ਉਹਨਾਂ ਦੀ ਸਰਕਾਰ ਵੱਲੋਂ ਇਹਨਾਂ ਨੂੰ ਡੀਜੀਪੀ ਥਾਪ ਦਿੱਤਾ ਗਿਆ ਸੀ। ਹੁਣ ਉਹ ਕਾਂਗਰਸ ਦੀ ਕੈਪਟਨ ਸਰਕਾਰ ਦਾ ਧੰਨਵਾਦ ਕਰਦੇ ਨੇ ਕਿ 29 ਸਾਲ ਬਾਅਦ ਸੁਮੇਧ ਸੈਣੀ ਤੇ केस दर्ज किया गया, पर उन्होंने कहना सी कि इत्थे ये परखण की भी जरूरत है कि Z+ सुरक्षा होने के बावजूद भी सुमेध सैणी उन्हां तो ट्रेस क्यों नहीं हो रहे। उन्होंने कहना सी कि जदों सुमेध सैणी आप SSP या DGP सी ते वो लोकां नूं लॉ एंड ऑर्डर मेनटेन करन लई कहंदे सी। उन्होंने कहना सी कि पुलिस उन्हां दे नाल है, पर हुण उन्हां नूं उसे लॉ एंड ऑर्डर ते उसे पुलिस ते विश्वास नहीं है। उन्होंने कहना सी कि सुमेध सैणी नूं तां आप कोर्ट विच आके अपनी बेगुनाही साबित करनी चाहिदी है। तुसीं भी देखो, मोहाली तो साडे पत्रकार सुशील गर्चा वल्लों सेवा सिंह सेखवा दे नाल कीती गई एक खास गलबात। चर्चित ना सी जिन्हें सब तो वध जातियां कीतियां वो सुमेध सिंह सैणी सी ते उहनूं पंजाब दा मुखिया बनाता, DGP बनाता। इस गल तो धन्नवाद करना कैप्टन अमरिंदर सिंह का कि उन्होंने ये खिलाफ 29 साल बाद ये केस दर्ज करवाया। जिहड़ी चेयर ते तुसीं बैठे हो, पंजाब दे लोकां ने तुहानूं बहाया, ये मंग करदी है इंसाफ दी, ते किते तुहाडी बादलां दे कहण ते मिहरबानी ते नहीं हो गई उहदे ते। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰ ਸੇਵਾ ਸਿੰਘ ਸੇਖਵਾਂ ਅੱਜ ਮੇਰੇ ਨਾਲ ਹੈਗੇ ਨੇ। ਪੰਜਾਬ ਦੇ ਸਿਆਸੀ ਹਾਲਾਤਾਂ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਵੱਲੋਂ ਮੀਟਿੰਗਾਂ ਦਾ ਦੌਰ ਵੀ ਜਾਰੀ ਹੈਗਾ ਪੂਰੇ ਪੰਜਾਬ ਦੇ ਵਿੱਚ। ਕਿਹੜੇ ਜਿਹੜੇ ਮੁੱਦੇ ਹੈਗੇ ਨੇ ਪੰਜਾਬ ਦੇ ਉਹਨਾਂ ਉੱਤੇ ਇਹਨਾਂ ਨੇ ਮੀਟਿੰਗਾਂ ਕੀਤੀਆਂ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਜੀ ਇਸ ਵਕਤ ਪੰਜਾਬ ਦੇ ਵਿੱਚ ਮੁੱਦਾ ਭਖਿਆ ਹੋਇਆ ਹੈਗਾ ਆਰਡੀਨੈਂਸਾਂ ਨੂੰ ਲੈ ਕੇ। ਸਾਰੇ ਕਿਸਾਨ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਵਿਰੋਧ ਕਰ ਰਹੇ ਨੇ, ਸਰਕਾਰ ਵੀ ਖਿਲਾਫ ਹੈਗੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਚੁੱਪ ਹੈਗਾ ਇਸ ਮਾਮਲੇ ਦੇ ਉੱਤੇ। ਤੁਹਾਡੀ ਕੀ ਰਾਏ ਹੈ ਜੀ? ਵੇਖੋ, ਇਹ ਜਿਹੜੇ 3 ਆਰਡੀਨੈਂਸ ਨੇ ਇਹ ਕਿਸਾਨੀ ਦੇ ਵਿਰੋਧ ਵਿੱਚ ਨੇ। ਜੇ ਇਹ ਲਾਗੂ ਹੋ ਗਏ ਤੇ ਪੰਜਾਬ ਦਾ ਕਿਸਾਨ ਜਿਹੜਾ ਅੱਗੇ ਹੀ ਖੁਦਕਸ਼ੀਆਂ ਕਰ ਰਿਹਾ ਉਹ ਤਬਾਹ ਹੋ ਜਾਊਗਾ। ਇਹਦੀ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਕਿ ਇਹਨਾਂ ਆਰਡੀਨੈਂਸਾਂ ਵਿੱਚੋਂ ਇੱਕ ਆਰਡੀਨੈਂਸ ਹੈ ਜਿਹਦੇ ਵਿੱਚ ਉਹਨਾਂ ਨੇ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕੀਤੀ ਗਈ ਆ। ਇਹ ਬਣਾਇਆ ਗਿਆ ਸੀ ਵਪਾਰੀਆਂ ਵਾਸਤੇ, ਸਰਮਾਏਦਾਰਾਂ ਵਾਸਤੇ, ਜਮਾਖੋਰਾਂ ਵਾਸਤੇ ਕਿ ਜਿਹੜੇ ਲੋਕ ਜਿਹੜੀਆਂ ਚੀਜ਼ਾਂ ਘੱਟ ਸਨ ਦੇਸ਼ ਵਿੱਚ ਉਹਦੀ ਜਮਾਖੋਰੀ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਮਹਿੰਗੀਆਂ ਚੀਜ਼ਾਂ ਵੇਚਦੇ ਸੀ, ਉਹਨਾਂ ਦੇ ਖਿਲਾਫ ਬਣਿਆ ਸੀ। ਲੇਕਿਨ ਇਸ ਆਰਡੀਨੈਂਸ ਦੇ ਵਿੱਚ ਇਹ ਐਕਟ ਜਿਹੜਾ ਉਹਨਾਂ ਤੋਂ ਹਟਾ ਦਿੱਤਾ ਗਿਆ ਆ। ਉਹ ਜਿੰਨੀ ਮਰਜ਼ੀ ਕੋਈ ਵੀ ਚੀਜ਼ ਆਪਣੇ ਸਟਾਕ ਵਿੱਚ ਜਮ੍ਹਾਂ ਕਰਕੇ ਰੱਖ ਸਕਦੇ ਆ, ਉਹਨਾਂ ਨੂੰ ਕਿਸੇ ਨੇ ਨਹੀਂ ਹੁਣ ਪੁੱਛਣਾ। ਤੇ ਲਾਗੂ ਕਰ ਦਿੱਤਾ ਵਾ ਕਿਸਾਨ ਤੇ ਕਿ ਕਿਸਾਨ ਜਿਹੜਾ ਵਾ ਉਹ ਆਪਣੀ ਜਿਣਸ ਜਿਹੜੀ ਆ ਉਹ ਸਟਾਕ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ ਜੇ ਕਿਸੇ ਕਿਸਾਨ ਨੇ ਖਾਣ ਵਾਸਤੇ ਕਣਕ ਆਪਣੇ ਘਰ ਰੱਖਣੀ ਆ, ਉਹਨੂੰ ਰੱਖਣ ਤੋਂ ਪਹਿਲਾਂ ਐਫੀਡੇਵਿਟ ਦੇਣਾ ਪਊਗਾ ਕਿ ਮੈਂ ਇੰਨੇ ਕੁਇੰਟਲ ਕਣਕ ਖਾਣ ਵਾਸਤੇ ਇੱਕ ਸਾਲ ਵਾਸਤੇ ਆਪਣੇ ਘਰ ਰੱਖ ਰਿਹਾ। ਤੇ ਜੇ ਉਹ ਉਹਦੇ ਤੋਂ ਵੱਧ ਫਰਜ਼ ਕਰ ਲਓ 20 ਕੁਇੰਟਲ ਰੱਖਦਾ ਤੇ ਉਹਦੇ ਕੋਲ 20 ਕੁਇੰਟਲ ਫੜੀ ਜਾਂਦੀ ਆ, ਐਫੀਡੇਵਿਟ 10 ਉਹ ਆਪਣੇ ਕੁਇੰਟਲ ਦਾ ਹੀ, ਤੇ ਉਹਦੇ ਤੇ ਪਰਚਾ ਦਰਜ ਹੋਊਗਾ। ਮਤਲਬ ਅਨਾਜ ਪੈਦਾ ਕਰਨ ਵਾਲੇ ਕਿਸਾਨ ਤੋਂ ਇਹ ਹੱਕ ਹੋਇਆ ਜਾ ਰਿਹਾ ਜੀ? ਬਿਲਕੁਲ, ਉਹਦੇ ਕੋਲੋਂ ਇਹ ਹੱਕ ਖੋਹ ਲਿਆ ਵੀ ਤੂੰ ਸਟਾਕ ਕਰ ਸਕਦਾ ਆ। ਤੇ ਉਹ ਹੱਕ ਜਿਹੜੇ ਸਰਮਾਏਦਾਰ ਲੋਕ ਨੇ ਜਿਨ੍ਹਾਂ ਨੇ ਸਟਾਕ ਕਰਨੇ ਆ, ਜਿਨ੍ਹਾਂ ਨੇ ਪੰਜਾਬ 'ਚ ਸੈਲੋ ਬਣਾ ਲਏ ਆ, ਇਹ ਪ੍ਰਬੰਧ ਕਰ ਲਿਆ ਵੀ ਅਸੀਂ ਸਟਾਕ ਕਿਵੇਂ ਕਰਨਾ, ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਆ ਵੀ ਉਹ ਜਿੰਨਾ ਮਰਜ਼ੀ ਆ ਅਨਾਜ ਜਿਹੜਾ ਆ ਉਹ ਆਪਣੇ ਸਟਾਕ ਕਰ ਸਕਦੇ ਆ। ਸੋ ਇਸ ਕਰਕੇ ਇਹ ਹੋਰ ਵੀ ਬਹੁਤ, ਜੇ ਇਹਨੂੰ ਐਕਸਪਲੇਨ ਕੀਤਾ ਜਾਏ ਤਾਂ ਲੰਮਾ ਸਮਾਂ ਚਾਹੀਦਾ ਆ। ਇਹੋ ਜਿਹੀਆਂ ਚੀਜ਼ਾਂ ਨੇ। ਹੁਣ ਇੱਕ ਗੱਲ ਹੋਰ ਕਹਿਤੀ ਆ ਇਹਦੇ ਵਿੱਚ ਇਸ ਆਰਡੀਨੈਂਸ 'ਚ ਕਿ ਭਾਵੇਂ MSP ਜਿਹੜੀ ਆ ਉਹ ਲਾਗੂ ਰਹੂਗੀ, ਲੇਕਿਨ FCI ਜਿਹੜੀ ਅੱਗੇ ਪੰਜਾਬ ਵਿੱਚੋਂ ਇਹ ਜਿਣਸਾਂ ਚੁੱਕਦੀ ਸੀ, ਉਹਨੇ ਕਹਿਤਾ ਵੀ ਮੈਂ ਓਨੀਆਂ ਜਿਣਸਾਂ ਚੁੱਕਾਂਗਾ ਜਿੰਨੀ ਮੈਨੂੰ ਲੋੜ ਹੋਊਗੀ। ਪਹਿਲਾਂ ਕੀ ਸੀ, ਇੱਕ ਇੱਕ ਦਾਣਾ ਪੰਜਾਬ ਦਾ FCI ਖਰੀਦਦੀ ਸੀ। 2 ਸਟੇਟਾਂ ਨੇ ਹਿੰਦੁਸਤਾਨ 'ਚ
ਹਰਿਆਣਾ ਤੇ ਪੰਜਾਬ, ਜਿਹਦੇ ਚੋਂ FCI ਸਾਰੀਆਂ ਦੀਆਂ ਸਾਰੀਆਂ ਜਿਨਸਾਂ ਖਾਸ ਕਰਕੇ ਕਣਕ ਤੇ ਝੋਨਾ ਉਹ ਪੂਰੀਆਂ ਦੀਆਂ ਪੂਰੀਆਂ ਖਰੀਦਦੀ ਸੀ। ਲੇਕਿਨ ਹੁਣ ਭਾਵੇਂ MSP ਕੇਂਦਰ ਸਰਕਾਰ ਚੀਜ਼ਾਂ ਦੀ ਇਹਨਾਂ ਦੀ ਬੰਨ੍ਹ ਵੀ ਦੇਵੇ, ਲੇਕਿਨ FCI ਨੇ ਕਹਿਤਾ ਕਿ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਨੇ ਇਹ ਖਰੀਦ ਕਰਨਗੀਆਂ ਤੇ ਅਸੀਂ ਓਨੀ ਕੁ ਚੀਜ਼ ਖਰੀਦ ਕਰਾਂਗੇ ਜਿੰਨੀ ਕੁ ਦੇਸ਼ ਨੂੰ ਲੋੜ ਆ। ਇਹਦਾ ਮਤਲਬ ਜਿਹੜਾ ਬਾਕੀ ਅਨਾਜ ਖਰੀਦਣ ਵਾਲਾ ਰਹਿ ਜਾਊਗਾ ਉਹ ਪ੍ਰਾਈਵੇਟ ਏਜੰਸੀਆਂ ਖਰੀਦਣਗੀਆਂ ਤੇ ਪ੍ਰਾਈਵੇਟ ਏਜੰਸੀਆਂ ਆਪਣੀ ਮਨਮਰਜ਼ੀ ਦੇ ਭਾਅ 'ਤੇ ਖਰੀਦਣਗੀਆਂ। ਅੱਜ ਵੀ ਜਿਹੜਾ MSP ਆ ਉਹ ਪੰਜਾਬ 'ਚ 27 ਜਿਨਸਾਂ ਨੇ ਜਿਨ੍ਹਾਂ 'ਤੇ ਲਾਗੂ ਆ। ਮਿਸਾਲ ਦੇ ਤੌਰ 'ਤੇ ਪਿੱਛੇ ਮੱਕੀ ਦੀ ਫਸਲ ਆਈ ਆ, ਉਹਦਾ ਭਾਅ MSP ਦੇ ਮੁਤਾਬਕ 1800 ਕੁਝ ਰੁਪਏ ਕੁਇੰਟਲ ਵੱਧਾ, ਲੇਕਿਨ ਇਸ ਵੇਲੇ ਉਹ 800 ਰੁਪਏ ਦੇ ਕਰੀਬ ਕੁਇੰਟਲ ਵਿਕ ਰਹੀ ਆ। ਕਿਉਂ? ਕਿਉਂਕਿ ਉਹਨੂੰ ਖਰੀਦਣ ਵਾਲਾ ਕੋਈ ਨਹੀਂ। ਜਿਹੜੀ FCI ਆ ਉਹ ਉਹਨੂੰ ਖਰੀਦਦੀ ਨਹੀਂ। ਜਿਹੜੇ ਪ੍ਰਾਈਵੇਟ ਖਰੀਦਦਾਰ ਨੇ ਉਹ ਆਪਣੀ ਮਨਮਰਜ਼ੀ ਦਾ ਭਾਅ ਦਿੰਦੇ ਆ। ਇਸੇ ਤਰ੍ਹਾਂ ਭਾਵੇਂ MSP ਇਹਨਾਂ ਕਿਹਾ ਵੀ ਅਸੀਂ ਰਹਿਣ ਦਿਆਂਗੇ, ਲੇਕਿਨ ਜੇ FCI ਉਹ ਜਿਣਸ ਨਹੀਂ ਖਰੀਦੂਗੀ ਤੇ ਮੇਰਾ ਭਾਅ ਬਣਨ ਦਾ ਕੀ ਫਾਇਦਾ ਹੋਇਆ? ਫਿਰ ਜਿਹੜੇ ਵਪਾਰੀ ਆ ਉਹ ਆਪਣੀ ਮਨਮਰਜ਼ੀ ਕਰਨਗੇ। ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਪ੍ਰਾਈਵੇਟ ਲੋਕ ਨੇ, ਸਰਮਾਏਦਾਰ ਲੋਕ ਨੇ, ਉਹਨਾਂ ਦੇ ਲਾਭ ਵਾਸਤੇ ਇਹ ਆਰਡੀਨੈਂਸ ਬਣੇ ਆ। ਹੁਣ ਅਗਲਾ ਸਵਾਲ ਇਹ ਆ ਕਿ ਪੰਜਾਬ ਦਾ ਬੱਚਾ ਇਹਦਾ ਵਿਰੋਧ ਕਰ ਰਿਹਾ। ਸਾਰੀਆਂ ਪੋਲੀਟੀਕਲ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ। ਭਾਰਤੀ ਜਨਤਾ ਪਾਰਟੀ ਜਿਹਦਾ ਰਾਜ ਭਾਗ ਗਿਆ ਕੇਂਦਰ ਵਿੱਚ, ਜਿਨ੍ਹਾਂ ਨੇ ਆਰਡੀਨੈਂਸ ਬਣਾਇਆ ਉਹਨਾਂ ਨੇ ਤਾਂ ਇਹਦਾ ਵਿਰੋਧ ਕਰਨਾ ਨਹੀਂ। ਲੇਕਿਨ ਹੈਰਾਨਗੀ ਇਸ ਗੱਲ ਦੀ ਆ ਕਿ ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਕਦੀ ਕਿਸਾਨਾਂ ਦੀ ਪਾਰਟੀ ਕਹਿੰਦੇ ਸੀ, ਜਿਨ੍ਹਾਂ ਕਿਸਾਨਾਂ ਨੇ 5 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਅੱਜ ਉਹਨਾਂ ਕਿਸਾਨਾਂ ਦੀ ਅਕਾਲੀ ਦਲ ਸਾਰ ਨਹੀਂ ਲੈ ਰਿਹਾ। ਔਰ ਉਹ ਵੀ ਇਸ ਆਰਡੀਨੈਂਸ ਦੇ ਜਿਹੜਾ ਕਿਸਾਨ ਮਾਰੂ ਆ ਉਹਦੇ ਹੱਕ ਵਿੱਚ ਆ ਵੀ ਇਹ ਆਰਡੀਨੈਂਸ ਜਿਹੜੇ ਆ ਇਹ ਕਿਸਾਨ ਪੱਖੀ ਨੇ, ਇਹ ਠੀਕ ਨੇ, ਉਹਨਾਂ ਦੇ ਹੱਕ ਵਿੱਚ ਜਿਹੜਾ ਫਤਵਾ ਦੇ ਰਿਹਾ। ਹੁਣ ਇਹਦੇ 'ਤੇ ਵਿਚਾਰ ਕਰਨ ਵਾਲੀ ਗੱਲ ਆ ਕਿ ਬਾਦਲ ਪਰਿਵਾਰ ਇਸ ਆਰਡੀਨੈਂਸ ਦੇ ਹੱਕ ਵਿੱਚ ਕਿਉਂ ਆ। ਇਹ ਕੁੱਲ ਦੁਨੀਆ ਜਾਣਦੀ ਆ ਕਿ ਪੰਜਾਬ ਵਿੱਚ ਇਸ ਵੇਲੇ ਸਰਮਾਏਦਾਰ ਜਾਂ ਕਾਰਪੋਰੇਟ ਕੌਣ ਆ। ਪੰਜਾਬ ਵਿੱਚ ਇਸ ਵੇਲੇ ਜੇ ਕੋਈ ਕਾਰਪੋਰੇਟ ਜਾਂ ਸਰਮਾਏਦਾਰ ਹੈਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ। ਜਿਵੇਂ ਅੰਬਾਨੀ ਅਡਾਨੀ ਹੋਣਾ ਨੇ ਇੱਥੇ ਆਣ ਕੇ ਸੈਲੋ ਬਣਾ ਕੇ ਤੇ ਇਹ ਚੀਜ਼ਾਂ ਖਰੀਦਣੀਆਂ ਨੇ, ਉਹਦੇ 'ਚ ਭਾਈਵਾਲ ਹੋਣਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ। ਦੂਜੀ ਗੱਲ, ਜਿਹੜਾ ਮਹਿਕਮਾ ਆਪਣੇ ਫੂਡ ਪ੍ਰੋਸੈਸਿੰਗ ਦਾ ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ ਆ। ਇਹਨਾਂ ਦਾ ਪਰਿਵਾਰਕ ਇੰਟਰਸਟ ਆ ਕਿ ਇਹ ਇਹਨਾਂ ਆਰਡੀਨੈਂਸਾਂ ਦੀ ਸਪੋਰਟ ਕਰ ਰਹੇ ਆ। ਮੈਂ ਬਾਦਲ ਸਾਹਿਬ ਦਾ ਬਿਆਨ ਪੜ੍ਹ ਕੇ ਮੈਨੂੰ ਬੜਾ ਦੁੱਖ ਹੋਇਆ। ਉਹ ਇਨਸਾਨ ਆ ਜਿਹਨੇ ਕਿਸਾਨੀ ਵਾਸਤੇ ਬੜਾ ਕੁਝ ਕੀਤਾ, ਮੈਂ ਮੰਨਦਾ। ਅਤੇ ਕਿਸਾਨਾਂ ਨੇ ਵੀ ਕਸਰ ਕੋਈ ਨਹੀਂ ਰਹਿਣ ਦਿੱਤੀ। ਉਹਨਾਂ ਨੇ ਵੀ 5 ਵਾਰੀ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ, ਲੇਕਿਨ ਅੱਜ ਉਹ ਵੀ ਆਪਣੇ ਪੁੱਤਰ ਮੋਹ 'ਚ ਫਸ ਕੇ ਤੇ ਕਿਸਾਨੀ ਦਾ ਵਿਰੋਧ 'ਚ ਆ ਗਏ। ਉਹਨਾਂ ਨੇ ਵੀ ਆਰਡੀਨੈਂਸ ਦੀ ਹਮਾਇਤ ਕਰਤੀ ਵੀ ਇਹ ਆਰਡੀਨੈਂਸ ਕਿਸਾਨ ਪੱਖੀ ਆ। ਇਹ ਸੁਣ ਕੇ ਬਹੁਤਾ ਦੁੱਖ ਹੋਇਆ। ਸੋ ਅਸੀਂ ਇਹਦਾ ਵਿਰੋਧ ਕਰਾਂਗੇ, ਅਖੀਰਲੇ ਦਮ ਤੱਕ ਵਿਰੋਧ ਕਰਾਂਗੇ। ਅਤੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਜਿੰਨੇ ਵੀ ਗਰੁੱਪ ਨੇ ਜਾਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ ਨੇ, ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਪੰਜਾਬ ਦਾ ਕਿਸਾਨ ਮਰਨ ਨਹੀਂ ਦਿਆਂਗੇ। ਸਰ, ਇੱਕ ਦੂਸਰਾ ਮੁੱਦਾ, ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਨੇ ਜਿਹੜੇ ਉਹ ਲੱਭ ਨਹੀਂ ਰਹੇ, ਗਾਇਬ ਹੋਏ ਨੇ ਜਾਂ ਚੋਰੀ ਹੋਏ ਨੇ, ਉਹਦੇ ਵਿੱਚ ਕੀ ਅਸਲੀਅਤ ਹੈ ਜੀ? ਕੀ ਸੱਚਾਈ ਨਜ਼ਰ ਆਉਂਦੀ ਹੈ ਤੁਹਾਨੂੰ? ਵੇਖੋ, ਮੈਂ ਥੋੜ੍ਹਾ ਸਮਾਂ ਪਹਿਲਾਂ ਰਾਜ TV ਆ ਇੰਗਲੈਂਡ ਦਾ, ਉਹਦੇ 'ਤੇ ਜਿਹੜੇ ਆਪਣੇ ਭਾਈ ਸਾਹਿਬ ਈਸ਼ਰ ਸਿੰਘ ਹੋਣੀ ਜਿਨ੍ਹਾਂ ਨੇ ਇਹ ਇਨਕੁਆਇਰੀ ਕੀਤੀ ਆ, ਉਹਨਾਂ ਨੂੰ ਸੁਣ ਰਿਹਾ ਸਾਂ। ਉਹ ਆਪ ਮੰਨੇ ਆ ਕਿ ਇਹ ਜਿਹੜੀ ਅਸੀਂ ਇਨਕੁਆਇਰੀ ਕੀਤੀ ਆ ਉਹ ਅਧੂਰੀ ਆ, ਪੂਰੀ ਨਹੀਂ ਹੋਈ। ਮੇਰੇ ਕੋਲ ਟਾਈਮ ਥੋੜ੍ਹਾ ਸੀ, ਇਸ ਕਰਕੇ ਮੈਂ ਪੂਰੀ ਇਨਕੁਆਇਰੀ ਕਰ ਨਹੀਂ ਸਕਿਆ। ਦੂਸਰੀ ਗੱਲ,
ਜਿਹੜੀ 10 ਸਫ਼ਿਆਂ ਦੀ ਰਿਪੋਰਟ ਵੈਬਸਾਈਟ ਤੇ ਸ਼੍ਰੋਮਣੀ ਕਮੇਟੀ ਨੇ ਪਾਈ ਆ ਉਹ ਵੀ ਅਧੂਰੀ ਆ। ਐਕਚੁਅਲੀ 1000 ਸਫ਼ੇ ਦੀ ਰਿਪੋਰਟ ਆ ਸਾਰੀ। ਇੱਕ ਤੇ ਅਸੀਂ ਮੰਗ ਕਰਨੇ ਆ ਕਿ ਇਹ 1000 ਸਫ਼ੇ ਦੀ ਰਿਪੋਰਟ ਵੈਬਸਾਈਟ ਤੇ ਪੈਣੀ ਚਾਹੀਦੀ ਹੈ, ਸਾਰੀ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ। ਦੂਸਰੀ ਅਧੂਰੀ ਕਿਉਂ ਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਨੇ 27 ਤਰੀਕ ਵਾਲੀ ਐਗਜ਼ੈਕਟਿਵ ਮੀਟਿੰਗ 'ਚ ਇੱਕ ਫੈਸਲਾ ਕਰ ਲਿਆ ਕਿ ਆਹ ਬੰਦੇ ਸਸਪੈਂਡ ਕਰਤੇ, ਆ ਟਰਮੀਨੇਟ ਕਰਤੇ, ਇਹਨਾਂ ਦਾ ਅਸੀਂ ਕ੍ਰਿਮੀਨਲ ਕੇਸ ਇਹਨਾਂ ਤੇ ਕਰਾਂਗੇ, ਲੇਕਿਨ ਅਗਲੀ ਮੀਟਿੰਗ ਆਈ ਤੇ ਉਹਦੇ ਵਿੱਚ ਕਹਿ ਦਿੱਤਾ ਵੀ ਅਸੀਂ ਪੁਲਿਸ ਕੋ ਕੇਸ ਦਰਜ ਨਹੀਂ ਕਰਾਉਣਾ। ਮੈਨੂੰ ਇਹ ਸਮਝ ਨਹੀਂ ਆਈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਐਗਜ਼ੈਕਟਿਵ, ਈਵਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਕਿਹਾ ਵੀ ਇਹ ਦਰਜ ਹੋਣਗੇ, ਤੇ ਅੱਜ ਇਹ ਯੂ ਟਰਨ ਕਿਉਂ ਮਾਰਿਆ? ਇਹ ਕਿਹਨੂੰ ਬਚਾਉਣਾ ਚਾਹੁੰਦੇ ਆ? ਕਿਉਂ ਬਚਾਉਣਾ ਚਾਹੁੰਦੇ ਆ? ਅਸੀਂ ਫੈਸਲਾ ਕੀਤਾ ਆਪਣੀ ਮੀਟਿੰਗ ਵਿੱਚ ਕਿ ਸਭ ਤੋਂ ਪਹਿਲਾਂ ਜ਼ਰੂਰਤ ਇਸ ਗੱਲ ਦੀ ਆ, ਬਾਕੀ ਗੱਲਾਂ ਬਾਅਦ 'ਚ ਨੇ, ਵੀ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਗੁੰਮ ਨੇ ਉਹ ਕਿੱਥੇ ਨੇ। ਅਸੀਂ 13 ਤਰੀਕ ਨੂੰ 11 ਵਜੇ ਲੌਂਗੋਵਾਲ ਸਾਹਿਬ ਦੀ ਰਿਹਾਇਸ਼ 'ਤੇ ਜਾਵਾਂਗੇ। ਅਸੀਂ ਕੋਈ ਧਰਨਾ ਨਹੀਂ ਦੇਣਾ, ਕੋਈ ਮੁਜ਼ਾਹਰਾ ਨਹੀਂ ਕਰਨਾ, ਕੋਈ ਐਜੀਟੇਸ਼ਨ ਨਹੀਂ ਕਰਨੀ, ਕੋਈ ਬਤੌਰ ਰਾਜਨੀਤਿਕ ਲੀਡਰ ਜਾਂ ਅਹੁਦੇਦਾਰ ਦੇ ਤੌਰ 'ਤੇ ਨਹੀਂ ਜਾਣਾ, ਕਿਉਂਕਿ ਇਹ ਸਾਡੇ ਗੁਰੂ ਦਾ ਮਸਲਾ ਹੈ। ਇਹਦੇ ਵਿੱਚ ਅਸੀਂ ਇੱਕ ਨਿਮਾਣੇ ਸਿੱਖ ਵਜੋਂ ਜਿੰਨੇ ਲੋਕ ਵੀ ਉੱਥੇ ਜਾਵਾਂਗੇ, ਆਪਣੇ ਘਰਾਂ ਤੋਂ ਜਦੋਂ ਤੁਰਾਂਗੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਵਾਂਗੇ, ਤੇ ਜਦੋਂ ਲੌਂਗੋਵਾਲ ਸਾਹਿਬ ਦੇ ਦਰਵਾਜ਼ੇ ਤੇ ਜਾਵਾਂਗੇ, ਜਿੰਨਾ ਚਿਰ ਉਹ ਨਹੀਂ ਮਿਲਣਗੇ ਉੱਥੇ ਬੈਠ ਕੇ ਪਾਠ ਕਰਾਂਗੇ, ਤੇ ਉਹਨਾਂ ਨੂੰ ਇੱਕੋ ਪੁੱਛਣ ਜਾਣਾ ਕਿ ਸਾਨੂੰ ਇੰਨੀ ਗੱਲ ਦੱਸ ਦਿਓ ਵੀ ਗੁਰੂ ਮਹਾਰਾਜ ਦੇ ਸਰੂਪ ਕਿੱਥੇ ਨੇ ਔਰ ਉਹ ਕਿਸ ਅਵਸਥਾ ਵਿੱਚ ਨੇ, ਕਿੰਨੇ ਕਿਹਨੂੰ ਦਿੱਤੇ ਨੇ, ਕਦੋਂ ਦਿੱਤੇ ਆ, ਕਿੰਨੀ ਗਿਣਤੀ 'ਚ ਦਿੱਤੇ ਆ, ਕਿਹਦੇ ਕਹਿਣ 'ਤੇ ਦਿੱਤੇ ਆ, ਇਹ ਸਾਨੂੰ ਗੱਲਾਂ ਦੱਸੋ। ਲੌਂਗੋਵਾਲ ਸਾਹਿਬ ਦੇ ਦੁਆਰ 'ਤੇ ਤਾਂ ਜਾਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਭ ਤੋਂ ਜਿਹੜਾ ਮੁਖੀ ਆ ਉਹਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ, ਉਹਦੀ ਜ਼ਿੰਮੇਵਾਰੀ ਆ, ਉਹਨੇ ਮਰਜ਼ਾਦਾ ਬਹਾਲ ਰੱਖਣੀ ਆ, ਸਾਰਾ ਕੁਝ ਉਹਨੇ ਕਰਨਾ, ਉਹਦੀ ਦੇਖ ਰੇਖ 'ਚ ਹੋਣਾ। ਇਸ ਕਰਕੇ ਨਿਮਾਣੇ ਸਿੱਖ ਵਜੋਂ ਅਸੀਂ ਸਾਰੇ ਉੱਥੇ ਜਾਵਾਂਗੇ ਉਹਨਾਂ ਕੋਲ ਇਹ ਗੱਲ ਪੁੱਛਣ ਵਾਸਤੇ। ਤੇ ਮੈਂ ਇੱਕ ਗੱਲ ਹੋਰ ਸੁਣੀ ਆ ਕਿ ਲੌਂਗੋਵਾਲ ਸਾਹਿਬ ਨੇ ਅਗਲੀ ਮੀਟਿੰਗ 'ਚ ਜਿਸ ਦਿਨ ਇਹ ਗੱਲ ਕਹੀ ਆ ਕਿ ਅਸੀਂ ਪੁਲਿਸ ਕੇਸ ਨਹੀਂ ਕਰਨੇ, ਉਹਦੇ ਨਾਲ ਇਹ ਵੀ ਕਿਹਾ ਵੀ ਮੈਂ ਵੀ ਤੇ ਮੇਰੀ ਐਗਜ਼ੈਕਟਿਵ ਵੀ 18 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਪੇਸ਼ ਹੋ ਕੇ ਮਾਫੀ ਮੰਗਾਂਗੇ। ਲੌਂਗੋਵਾਲ ਸਾਹਿਬ ਮਰਜ਼ਾਦਾ ਬਹਾਲ ਰੱਖੋ, ਅੱਗੇ ਬੜਾ ਨੁਕਸਾਨ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਐਗਜ਼ੈਕਟਿਵ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਜੀ ਨੇ ਉਹਨਾਂ ਦੀ ਅਪੁਆਇੰਟਿੰਗ ਅਥਾਰਟੀ ਹੈ। ਤੁਸੀਂ ਜੇ ਉੱਥੇ ਜਾਣਾ ਆ ਤੇ ਬਤੌਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਾ ਜਾਓ, ਬਤੌਰ ਐਗਜ਼ੈਕਟਿਵ ਮੈਂਬਰ ਜਾਣ। ਉਹਨਾਂ ਜੇ ਜਾਣਾ ਪਹਿਲਾਂ ਅਹੁਦਿਆਂ ਤੋਂ ਅਸਤੀਫੇ ਦਿਓ, ਨਿਮਾਣਾ ਸਿੱਖ ਬਣ ਕੇ ਉੱਥੇ ਜਾਓ ਤਾਂ ਕਿ ਮਰਜ਼ਾਦਾ ਜਿਹੜੀ ਆ ਉਹ ਕਾਇਮ ਰੱਖੀ ਜਾ ਸਕੇ। ਮੈਂ ਆਸ ਕਰਨਾ ਆ ਕਿ ਇਹ ਗੱਲਾਂ ਦਾ ਲੌਂਗੋਵਾਲ ਸਾਹਿਬ ਧਿਆਨ ਰੱਖਣਗੇ। ਫਿਰ ਮੈਂ ਇੱਕ ਉਹਨਾਂ ਕੋਲ ਸਵਾਲ ਹੋਰ ਪੁੱਛਣਾ ਵੀ ਲੌਂਗੋਵਾਲ ਸਾਹਿਬ ਇਹ ਸਰੂਪ ਕਿੱਥੇ ਨੇ, ਕਿੰਨੇ ਦਿੱਤੇ, ਕਿੰਨੇ ਲਏ, ਕਿੰਨੇ ਦਵਾਏ, ਕਿੰਨੇ ਗਏ? ਤੁਹਾਡੇ ਕੋਲ ਕਿਹੜਾ ਫਾਰਮੂਲਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਕਿ ਅਸੀਂ ਜੀ ਇਹਦੀ ਆਪੇ ਇਨਵੈਸਟੀਗੇਸ਼ਨ ਕਰ ਲਾਂਗੇ? ਇਹ ਇਨਵੈਸਟੀਗੇਸ਼ਨ ਨਾਲ ਪਤਾ ਨਹੀਂ ਲੱਗਣਾ, ਇਹ ਇੰਟੈਰੋਗੇਸ਼ਨ ਹੋਣੀ ਆ। ਇੰਟੈਰੋਗੇਸ਼ਨ ਹੋਊਗੀ ਤੇ ਪਤਾ ਲੱਗਣਾ ਸਾਰੀ ਗੱਲ ਦਾ। ਤੁਹਾਡੇ ਕੋਲ ਕਿਹੜਾ ਮੀਟਰ ਆ, ਕਿਹੜੀ ਮਸ਼ੀਨ ਆ ਜਿਹੜੀ ਲਾ ਕੇ ਦੋਸ਼ੀਆਂ ਕੋ ਪਤਾ ਕਰ ਲੋਗੇ ਵੀ ਆਹ ਗੱਲ ਹੋ ਗਈ ਹੈ? ਸਵਾਏ ਇੰਟੈਰੋਗੇਸ਼ਨ ਦੇ ਇਹ ਗੱਲ ਸੱਚ ਸਾਹਮਣੇ ਨਹੀਂ ਆਉਣਾ ਤੇ ਇਹ ਇੰਟੈਰੋਗੇਸ਼ਨ ਤੁਹਾਨੂੰ ਕਰਾਉਣੀ ਪੈਣੀ ਹੈ। ਸਰ ਇੱਕ ਹੋਰ ਮੁੱਦਾ ਇਸ ਵਕਤ ਛਾਇਆ ਹੋਇਆ ਜੀ ਅਸਮੇਧ ਸੈਣੀ ਦਾ, ਜਿਹੜਾ ਬੰਦਾ ਕੱਲ ਇੱਕ ਡੀਜੀਪੀ ਸੀ, ਨਾ ਸਿਰਫ ਕ੍ਰਿਮੀਨਲ ਬਲਕਿ ਉਹਦੇ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਉਹਦਾ ਬੜੀ ਦਹਿਸ਼ਤ ਸੀ ਜੀ, ਬੜਾ ਔਰਾ ਕੰਮ ਕਰਦਾ ਸੀ ਉਹਦਾ।
ਤੇ ਕੱਲ ਤੱਕ ਉਹ ਆਪ ਲਾ ਐਂਡ ਆਰਡਰ ਜਿਹੜਾ ਸੀਗਾ ਉਹ ਪੰਜਾਬ ਦਾ ਉਹਦੀ ਦੇਖ ਰੇਖ ਕਰ ਰਹੇ ਸੀ, ਉਹਨੂੰ ਬਚਾ ਰਹੇ ਸੀ, ਸਿਕਿਉਰ ਰੱਖ ਰਹੇ ਸੀ। ਅੱਜ ਉਹ ਭੱਜਦਾ ਫਿਰ ਰਿਹਾ ਜੀ ਕਾਨੂੰਨ ਤੋਂ, ਆਪਣੀ ਇੱਕ ਕੇਸ ਦੇ ਵਿੱਚ ਨਾਮ ਆ ਗਿਆ ਤੇ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਲੱਗ ਰਿਹਾ, ਕਾਨੂੰਨ ਦੇ ਵਿੱਚ ਭੱਜੇ ਫਿਰ ਰਹੇ ਨੇ ਆਪਣੇ ਜ਼ਮਾਨਤਾਂ ਕਰਾਉਣ ਵਾਸਤੇ। ਵੇਖੋ ਸੁਮੇਧ ਸਿੰਘ ਸੈਣੀ ਇੱਕ ਬੜਾ ਪਾਵਰਫੁਲ ਆਦਮੀ ਆ। ਬਾਦਲ ਪਰਿਵਾਰ ਨਾਲ ਵੀ ਉਹਨਾਂ ਦੇ ਬੜੇ ਨੇੜ ਦੇ ਰਿਸ਼ਤੇ ਨੇ, ਬਹੁਤ ਨੇੜੇ ਨੇ ਉਹਨਾਂ ਦੇ। ਕੇਂਦਰ ਵਿੱਚ ਵੀ ਉਹਨਾਂ ਦੀ ਪੂਰੀ ਪਹੁੰਚ ਹੈ। ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1997 ਦੀ ਇਲੈਕਸ਼ਨ ਤੋਂ ਪਹਿਲਾਂ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਇੱਕ ਗੱਲ ਕਹੀ ਸੀ। ਮੈਂ ਇਹ ਤਾਂ ਗੱਲ ਕਹਿ ਰਿਹਾ, ਮੈਂ ਵੀ ਉਹਦਾ ਮੈਂਬਰ ਸਾਂ ਉਸ ਵੇਲੇ। ਇਹ ਗੱਲ ਕਹੀ ਸੀ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਆ, ਉਹਦੇ ਵਾਸਤੇ ਇੱਕ ਅਸੀਂ ਟਰੁੱਥ ਕਮਿਸ਼ਨ ਬਣਾਵਾਂਗੇ, ਜਿਹੜਾ ਇਹਦੀ ਇਨਕੁਆਇਰੀ ਕਰੇਗਾ ਕਿ ਕਿਹੜੇ ਪੁਲਿਸ ਅਫਸਰਾਂ ਨੇ ਇਹ ਗਲਤੀਆਂ ਕੀਤੀਆਂ, ਉਹਨਾਂ ਨੂੰ ਕਟਹਿਰੇ 'ਚ ਖਿਲਾਰ ਕੇ ਸਜ਼ਾਵਾਂ ਦਿਵਾਵਾਂਗੇ। ਦੁੱਖ ਹੈ ਇਸ ਗੱਲ ਦਾ ਕਿ 1997 'ਚ ਸਰਕਾਰ ਬਣਨ ਤੋਂ ਬਾਅਦ ਕੋਈ ਟਰੁੱਥ ਕਮਿਸ਼ਨ ਨਹੀਂ ਬਣਿਆ। ਸਗੋਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਇਹ ਕਹਿਰ ਕਮਾਏ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ, ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ, ਤੇ ਉਹਨਾਂ 'ਤੇ ਸਭ ਤੋਂ ਵੱਧ ਜਿਹੜਾ ਆਪਣੇ ਚਰਚਿਤ ਨਾਂ ਸੀ, ਜਿਹਨੇ ਸਭ ਤੋਂ ਵੱਧ ਜਾਤੀਆਂ ਕੀਤੀਆਂ, ਉਹ ਸੁਮੇਧ ਸਿੰਘ ਸੈਣੀ ਸੀ। ਤੇ ਉਹਨੂੰ ਪੰਜਾਬ ਦਾ ਮੁਖੀਆ ਬਣਾ ਦਿੱਤਾ, ਡੀਜੀਪੀ ਬਣਾ ਦਿੱਤਾ। ਇੰਨਾ ਉਹਨਾਂ ਦਾ ਨੇੜ ਸੀਗਾ। ਮੈਂ ਇਸ ਗੱਲ ਤੋਂ ਧੰਨਵਾਦ ਕਰਨਾ ਕੈਪਟਨ ਅਮਰਿੰਦਰ ਸਿੰਘ ਦਾ ਕਿ ਉਹਨਾਂ ਨੇ ਇਹਦੇ ਖਿਲਾਫ 29 ਸਾਲ ਬਾਅਦ ਇਹ ਕੇਸ ਦਰਜ ਕਰਵਾਇਆ। ਲੇਕਿਨ ਹੁਣ ਪਰਖ ਦੀ ਘੜੀ ਆ ਕੈਪਟਨ ਸਾਹਿਬ। ਜਿਹੜੀ ਚੇਅਰ 'ਤੇ ਤੁਸੀਂ ਬੈਠੇ ਹੋ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹਾਇਆ, ਇਹ ਮੰਗ ਕਰਦੀ ਆ ਇਨਸਾਫ ਦੀ। ਤੁਹਾਡੇ ਕੋਲ ਇਨਸਾਫ ਦੀ ਤੱਕੜੀ ਆ। ਇੱਕ Z+ ਸਿਕਿਉਰਿਟੀ ਰੱਖਣ ਵਾਲਾ ਇਨਸਾਨ ਪੁਲਿਸ ਤੋਂ ਕਿਵੇਂ ਬਚ ਸਕਦਾ ਹੈ? ਤੇ ਜੇ ਹੁਣ ਤੱਕ ਬਚਿਆ ਆ ਤੇ ਕਿਤੇ ਤੁਹਾਡੀ ਬਾਦਲਾਂ ਦੇ ਕਹਿਣ ਤੇ ਮਿਹਰਬਾਨੀ ਤਾਂ ਨਹੀਂ ਹੋ ਗਈ ਉਹਦੇ ਤੇ? ਇਸ ਗੱਲ ਦਾ ਜਵਾਬ ਦੇਣਾ ਪਊਗਾ। ਮੈਂ ਧੰਨਵਾਦੀ ਹਾਂ ਮਾਨਯੋਗ ਹਾਈ ਕੋਰਟ ਦਾ ਤੇ ਲੋਅਰ ਕੋਰਟ ਦਾ, ਜਿਨ੍ਹਾਂ ਨੇ ਉਹਨਾਂ ਮਜ਼ਲੂਮਾਂ ਨੂੰ ਥੋੜ੍ਹਾ ਬਹੁਤਾ ਇਨਸਾਫ ਦਿਵਾਇਆ। ਇਹਦੀ ਅਗਾਊਂ ਜ਼ਮਾਨਤ ਨਹੀਂ ਲਈ, ਕਿਉਂਕਿ ਕਈਆਂ ਕਤਲਾਂ 'ਚ ਲੋੜੀਦਾ ਆ। ਇਹ ਇੰਟੈਰੋਗੇਸ਼ਨ ਤੋਂ ਬਿਨਾਂ ਉਹ ਸੱਚ ਸਾਹਮਣੇ ਨਹੀਂ ਆਉਣੇ। ਤੇ ਕਸਟੋਡੀਅਨ ਜਿਹੜੀ ਇੰਟੈਰੋਗੇਸ਼ਨ ਆ, ਉਹਦੇ 'ਚ ਸੁਮੇਧ ਸੈਣੀ ਦੀ ਪੁਲਿਸ ਨੂੰ ਲੋੜ ਆ। ਤੇ ਦੂਜੀ ਗੱਲ ਮੈਂ ਸੈਣੀ ਸਾਹਿਬ ਨੂੰ ਕਹੂੰਗਾ ਵੀ ਸੈਣੀ ਸਾਹਿਬ, ਤੁਸੀਂ ਆਪ ਜਦੋਂ ਇਸ ਨੌਕਰੀ 'ਚ ਸੌ ਜਾਂ SSP ਜਾਂ DGP ਦੇ ਲੋਕਾਂ ਨੂੰ ਬੜੀਆਂ ਮੱਤਾਂ ਦਿੰਦੇ ਹੋ ਵੀ ਤੁਸੀਂ ਡਿਸਪਲਿਨ 'ਚ ਰਹੋ, ਪੁਲਿਸ ਤੁਹਾਡੀ ਮਦਦ ਕਰ ਹੈ, ਇਹਦੀ ਮਦਦ ਕਰੋ, ਲਾ ਐਂਡ ਆਰਡਰ ਮੇਨਟੇਨ ਰੱਖੋ, ਸੰਵਿਧਾਨ 'ਚ ਵਿਸ਼ਵਾਸ ਰੱਖੋ। ਉਹ ਗੱਲਾਂ ਭੁੱਲ ਗਈਆਂ। ਆਪ ਕਿੱਥੇ ਸਟੈਂਡ ਕਰਦੇ ਹੋ? ਆਓ ਕਾਨੂੰਨ ਦਾ ਸਤਿਕਾਰ ਕਰੋ। ਜੇ ਤੁਸੀਂ ਬੇਗੁਨਾਹ ਜੋ, ਆਓ ਸਾਹਮਣੇ ਆਣ ਕੇ ਕਚਹਿਰੀ ਵਿੱਚ ਆਪਣੀ ਬੇਗੁਨਾਹੀ ਜਿਹੜੀ ਆ ਉਹ ਸਾਬਤ ਕਰੋ। ਲੁਕਦੇ ਕਿਉਂ ਜੇ? ਸਰ, ਪੰਜਾਬ ਦੇ ਸਿਆਸੀ ਹਾਲਾਤਾਂ ਦੀ ਆਪਾਂ ਗੱਲ ਕਰੀਏ ਤਾਂ ਇਸ ਵਕਤ ਲੋਕ ਬੜੇ ਦੁਖੀ ਹੈਗੇ ਨੇ ਜੀ ਸਰਕਾਰ ਤੋਂ, ਚਾਹੇ ਉਹ ਮੁਲਾਜ਼ਮ ਨੇ ਜਾਂ ਆਮ ਬੰਦਾ ਹੈਗਾ, ਆਮ ਜਨਤਾ ਹੈਗੀ ਹੈ। ਸਰਕਾਰ ਦੇ ਉੱਤੇ ਪਹਿਲਾਂ ਹੀ ਸਰ ਮਾਈਨਿੰਗ ਨੂੰ ਲੈ ਲਓ, ਨਸ਼ਿਆਂ ਨੂੰ ਲੈ ਲਓ, ਤੇ ਉੱਪਰੋਂ ਜਿਹੜਾ ਸ਼ਰਾਬ ਸੀ ਦੇਸੀ, ਇਹਨੇ ਬੰਦੇ ਮਾਰਤੇ ਜੀ। ਇੱਕ ਬਹੁਤ ਵੱਡਾ ਕਲੰਕ ਲੱਗ ਗਿਆ ਸਰਕਾਰ ਦੇ ਉੱਤੇ। ਤੁਹਾਡੀ ਕੀ ਰਾਏ ਹੈ ਜੀ ਇਸ ਬਾਰੇ? ਕਿਉਂਕਿ ਲੋਕ ਇਹ ਕਹਿ ਰਹੇ ਨੇ ਕਿ ਜੋ ਸਰਕਾਰ ਹੈਗੀ ਉਹ ਫੇਲ ਹੋ ਚੁੱਕੀ ਹੈ ਤੇ ਅਫਸਰਸ਼ਾਹੀ ਹੀ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਚਲਾ ਰਹੀ ਹੈ। ਵੇਖੋ, ਕੈਪਟਨ ਅਮਰਿੰਦਰ ਸਿੰਘ ਇੱਕ ਤਾਂ ਸੁਭਾਵਿਕ ਤੌਰ 'ਤੇ ਹੀ, ਸੁਭਾਅ ਤੌਰ 'ਤੇ ਹੀ ਪੋਲੀਟੀਸ਼ੀਅਨ ਨਹੀਂ, ਉਹ ਰਾਜਾ ਆ। ਉਹ ਪੋਲੀਟੀਕਲ ਲੋਕਾਂ ਵਾਂਗੂ ਰਾਜ ਭਾਗ ਨਹੀਂ ਕਰਦਾ, ਉਹ ਰਾਜਿਆਂ ਵਾਂਗੂ ਰਾਜ ਭਾਗ ਕਰਦਾ ਆ। ਮਤਲਬ ਵਿਚਰਨਾ ਘੱਟ ਆ ਲੋਕਾਂ 'ਚ। ਹੁਣ ਤੇ ਕਰੋਨਾ ਦਾ ਪੱਜ ਬਣ ਗਿਆ, ਹੁਣ ਤੇ ਘਰੋਂ ਹੀ ਨਹੀਂ ਨਿਕਲਦਾ, ਕਿਸੇ ਨੂੰ ਮਿਲਦਾ ਹੀ ਨਹੀਂ, ਕਿਸੇ ਮਿਨਿਸਟਰ ਨੂੰ, ਕਿਸੇ MLA ਨੂੰ, ਕਿਸੇ ਅਫਸਰ ਨੂੰ ਮਿਲਦਾ ਹੀ ਨਹੀਂ, ਆਪਣੇ ਘਰੇ ਹੀ ਰਹਿੰਦਾ। ਕੈਪਟਨ ਸਾਹਿਬ, ਬਾਹਰ ਨਿਕਲੋ। ਲੋਕਾਂ 'ਤੇ ਬਹੁਤ ਵੱਡੇ ਸੰਕਟ ਨੇ। ਇਹ ਜਿਹੜੀ ਮਹਾਂਮਾਰੀ ਆਈ ਆ, ਇਹਨੇ ਬੜਾ ਤੰਗ ਕੀਤਾ ਲੋਕਾਂ ਨੂੰ। ਤੁਸੀਂ ਮੁਖੀ ਹੋ,
ਤੁਹਾਡੇ ਤੇ ਲੋਕਾਂ ਨੇ ਆਸਾਂ ਲਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਖਾਸ ਕਰਕੇ ਜਿਹੜੀਆਂ ਤੁਸੀਂ ਗੁਟਕਾ ਸਾਹਿਬ ਲੈ ਕੇ ਸਹੁੰਆਂ ਖਾਧੀਆਂ ਸੀ ਉਹਦੇ ਕਰਕੇ ਲੋਕਾਂ ਨੇ ਤੁਹਾਡੇ ਤੇ ਇਤਬਾਰ ਕੀਤਾ ਸੀ ਤੇ ਤੁਹਾਡੀ ਸਰਕਾਰ ਬਣੀ ਸੀ। ਉਹ ਇਤਬਾਰ ਲੋਕਾਂ ਦਾ ਤੋੜੋ ਨਾ, ਜੇ ਤੋੜੋਗੇ ਤੇ ਉਹ ਹਸ਼ਰ ਹੋਊਗਾ ਜੋ ਸੁਖਬੀਰ ਹੋਣਾ ਦਾ 2017 ਚ ਹੋਇਆ। ਉਹਨਾਂ ਦੀਆਂ ਤਾਂ 15 ਆ ਗਈਆਂ ਸੀ, ਜੇ ਤੁਸੀਂ ਇਸੇ ਤਰ੍ਹਾਂ ਤੁਰੇ ਰਹੇ ਤੁਹਾਡੀਆਂ 15 ਵੀ ਨਹੀਂ ਆਉਣੀਆਂ। ਸਰ ਅਕਾਲੀ ਦਲ ਵਾਲੇ ਕਹਿ ਰਹੇ ਨੇ ਜੀ ਕਿ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ ਹੈਗਾ ਜਿਹੜਾ ਚੋਣ ਮਨੋਰਥ ਪੱਤਰ ਹੈਗਾ, ਵੀ ਕੈਪਟਨ ਅਮਰਿੰਦਰ ਗੁਟਕਾ ਸਾਹਿਬ ਹਲਕੇ ਵੀ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੇ। ਤੁਹਾਡੀ ਕੀ ਰਾਏ ਹੈ ਜੀ ਇਸ ਬਾਰੇ? ਵੇਖੋ ਗੱਲ ਇਹ ਬੜੀ ਚੰਗੀ ਆ ਵੀ ਜਿਹੜਾ ਇਲੈਕਸ਼ਨ ਮੈਨੀਫੈਸਟੋ ਆ ਉਹ ਇੱਕ ਕਾਨੂੰਨੀ ਡਾਕੂਮੈਂਟ ਬਣਨਾ ਚਾਹੀਦਾ ਵਾ ਵੀ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਪੂਰੇ ਕਰੇ, ਨਹੀਂ ਤੇ ਉਹਨਾਂ ਦੇ ਅਗੇਂਸਟ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਹੋਵੇ। ਇਹ ਹੋਣਾ ਚਾਹੀਦਾ ਵਾ। ਪਰ ਮੈਂ ਜਿਹੜੇ ਸੱਜਣ ਵੀ ਅਕਾਲੀ ਦਲ ਦੇ ਇਹ ਗੱਲ ਕਹਿ ਰਹੇ ਆ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੇ ਵਾਅਦੇ ਅਕਾਲੀ ਦਲ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਪੂਰੇ ਕੀਤੇ ਸੀ, ਜਰਾ ਝਾਤੀ ਪਿਛਾਂਹ ਨੂੰ ਮਾਰੋ, ਉਹ ਤੁਹਾਂ ਪੂਰੇ ਕਰਤੇ। ਬਾਦਲ ਸਾਹਿਬ ਨੇ 1996 'ਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਨਹੀਂ ਸੀ ਕੀਤਾ ਵੀ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਜਾਤੀਆਂ ਕੀਤੀਆਂ ਨੇ ਪਿਛਲੇ ਸਮੇਂ 'ਚ ਉਹਨਾਂ ਦੇ ਖਿਲਾਫ ਅਸੀਂ ਟਰੁੱਥ ਕਮਿਸ਼ਨ ਬਣਾ ਕੇ ਇਨਕੁਆਇਰੀ ਕਰਕੇ ਉਹਨਾਂ ਨੂੰ ਸਲਾਖਾਂ ਦੇ ਮਗਰ ਦਿਆਂਗੇ, ਉਹ ਪੂਰਾ ਹੋਇਆ। ਦੂਜਿਆਂ ਨੂੰ ਕਹਿ ਦੇਣਾ, ਦੂਜਿਆਂ ਤੇ ਦੂਸ਼ਣ ਲਾ ਦੇਣੇ ਬੜੇ ਸੌਖੇ ਆ, ਲੇਕਿਨ ਆਪਣੀ ਪੀੜ੍ਹੀ ਥੱਲੇ ਸੋਟਾ ਵੀ ਫੇਰਨਾ ਚਾਹੀਦਾ। ਗੱਲ ਇਹ ਚੰਗੀ ਆ ਕਿ ਇਲੈਕਸ਼ਨ ਮੈਨੀਫੈਸਟੋ ਇੱਕ ਐਸਾ ਡਾਕੂਮੈਂਟ ਬਣਨਾ ਚਾਹੀਦਾ ਆ ਜਿਹੜੀ ਵੀ ਪੋਲੀਟੀਕਲ ਪਾਰਟੀ ਉਹ ਪੂਰਾ ਨਾ ਕਰੇ ਉਹ ਮੁੜ ਕੇ ਲੋਕਾਂ 'ਚ ਨਾ ਜਾ ਸਕੇ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਸੁਣਿਆ ਕਿ ਸੇਵਾ ਸਿੰਘ ਸੇਖਵਾਂ ਜੀ ਨੇ ਗੱਲ ਕੀਤੀ ਹੈਗੀ ਆਪਣੇ ਪਾਰਟੀ ਦੇ ਜੋ ਉਹਨਾਂ ਦੇ ਗੱਲਾਂ ਹੈਗੀਆਂ, ਜੋ ਮੀਟਿੰਗਾਂ ਦਾ ਦੌਰ ਉਹਨਾਂ ਦੇ ਚੱਲ ਰਿਹਾ ਉਹਦੇ ਵਿੱਚੋਂ ਜੋ ਕੁਝ ਉਹ ਨਿਕਲ ਕੇ ਸਾਹਮਣੇ ਆ ਰਿਹਾ ਉਹਦੇ ਬਾਰੇ ਵੀ ਗੱਲ ਕੀਤੀ ਹੈ। ਤੇ ਕੈਪਟਨ ਅਮਰਿੰਦਰ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਕਿ ਆਪਣੇ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ, ਚੋਣ ਮਨੋਰਥ ਜਿਹੜਾ ਉਹਨਾਂ ਦਾ ਸੀਗਾ ਜਿੰਨੇ ਵਾਅਦੇ ਕੀਤੇ ਗਏ ਸੀ, ਗੁਟਕਾ ਸਾਹਿਬ ਫੜ ਕੇ ਫੜੇ ਹੋਏ ਹੱਥ ਦੇ ਵਿੱਚ, ਅੱਜ ਉਹਨਾਂ ਨੂੰ ਚਾਰੇ ਪਾਸਿਓਂ ਆਰੋਪਾਂ 'ਚ ਘਿਰਿਆ ਹੋਇਆ ਦੇਖ ਰਹੇ ਹਾਂ ਅਸੀਂ ਕਿ ਉਹਨੂੰ ਇੱਕ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ ਤਾਂ ਕਿ ਕੋਈ ਵੀ ਸਿਆਸੀ ਪਾਰਟੀ ਉਹਨਾਂ ਤੋਂ ਨਾ ਮੁਕਰੇ ਤੇ ਲੋਕਾਂ ਨੂੰ ਵਿਫਲਤਾ ਦਾ ਜਿਹੜਾ ਹੈਗਾ ਦੌਰ ਦਾ ਸਾਹਮਣਾ ਨਾ ਕਰਨਾ ਪਵੇ। ਕਿਸੇ ਨੇ ਨੌਕਰੀ ਦਾ ਵਾਅਦਾ ਕੀਤਾ, ਕਿਸੇ ਨੇ ਕੋਈ ਵੀ ਵਾਅਦਾ ਕੀਤਾ, ਆਮ ਲੋਕ ਉਹਦੇ 'ਤੇ ਭਰੋਸਾ ਕਰ ਸਕਣ। ਉਸ ਤੋਂ ਬਾਅਦ ਖੋਏ ਹੋਏ ਸਰੂਪਾਂ ਦੀ ਗੱਲ ਕੀਤੀ ਹੈ ਸੇਖਵਾਂ ਸਾਹਿਬ ਨੇ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ, ਉਹਨਾਂ ਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਨਿਕਲ ਕੇ ਸਾਹਮਣੇ ਆ ਸਕੇ ਕਿ ਆਖਰ ਸਰੂਪ ਗਏ ਕਿੱਥੇ ਹੈਗੇ ਨੇ, ਤਾਂ ਕਿ ਜੋ ਲੋਕ ਨੇ ਉਹ ਦੇਖ ਰਹੇ ਹੈਗੇ ਨੇ ਮਾਮਲਾ ਬੇਅਦਬੀ ਨਾਲ ਜੁੜਿਆ ਹੋਇਆ ਤੇ ਸਾਡੇ ਸਿੱਖ ਧਰਮ ਨਾਲ ਜੁੜਿਆ ਹੋਇਆ, ਇਹਦੇ ਬਾਰੇ ਸੱਚ ਹੈ ਜੋ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।